ਆਦਾਬ ਅਸਲਾਮ ਅਲੈਕਮ। ਮੈਨੂੰ ਬਹੁਤ ਮਾਣ ਹੈ ਕਿ ਅੱਜ ਮੈਂ ਸੰਦੀਪ ਸਿੰਘ ਦੇ ਨਾਲ ਖੜਾ ਹਾਂ ਕਿਉਂਕਿ ਆਪਾਂ ਇਕੱਠੇ ਇੱਕ ਬਿਹਤਰ ਸੂਬਾ ਬਣਾਉਣਾ ਚਾਹੁੰਦੇ ਹਾਂ। ਸੰਦੀਪ ਸਿੰਘ ਇੱਥੋਂ ਉਮੀਦਵਾਰ ਨੇ ਬਰੈਂਪਟਨ ਨਾਰਥ ਤੋਂ, ਸੋ ਬੇਨਤੀ ਹੈ ਜ਼ਰੂਰ ਸੰਦੀਪ ਸਿੰਘ ਦੀ ਮਦਦ ਕਰੋ। ਆਪਾਂ ਪਿਛਲੇ 15 ਸਾਲ ਲਿਬਰਲ ਸਰਕਾਰ ਨੂੰ ਦੇਖੀ ਹੈ, 4 ਸਾਲ ਕੰਜ਼ਰਵੇਟਿਵ ਸਰਕਾਰ ਨੂੰ ਦੇਖੀ ਹੈ। ਦੋਨੇ ਸਰਕਾਰਾਂ ਨੇ ਜਿਹੜੇ ਸਾਡੇ ਮਜਬੂਰੀਆਂ ਨੇ, ਜੋ ਸਾਡੀ ਲੋੜਾਂ ਨੇ, ਉਹਨੂੰ ਪੂਰੀਆਂ ਨਹੀਂ ਕੀਤੀਆਂ। ਜੋ ਸਾਡੇ ਸਮੱਸਿਆ ਦਾ ਹੱਲ ਨਹੀਂ ਕੀਤਾ, ਸਗੋਂ ਕੰਮ ਮਾੜਾ ਤੇ ਮਾੜਾ ਹੋਈ ਜਾਂਦਾ। ਬਰੈਂਪਟਨ ਸ਼ਹਿਰ ਦੇ ਵਿੱਚ ਸਾਨੂੰ ਸਿਹਤ ਸੇਵਾਵਾਂ ਦੀ ਲੋੜ ਹੈ, ਇਕੱਲਾ ਇੱਕ ਹਸਪਤਾਲ ਹੈ, ਹੋਰ ਦੀ ਲੋੜ ਹੈ। ਸਾਡੇ ਆਟੋ ਇੰਸ਼ੋਰੈਂਸ ਰੇਟਸ ਵੱਧਦੇ ਜਾ ਰਹੇ ਨੇ। ਦੋਨੇ ਸਰਕਾਰਾਂ ਨੇ ਕਿਹਾ ਕਿ ਉਹ ਕੁਛ ਕਰਨਗੇ, ਦੋਨਾਂ ਨੇ ਸਰਕਾਰਾਂ ਨੇ ਵਾਅਦਾ ਤੋੜਿਆ ਤੇ ਸਗੋਂ ਸਾਡੇ ਕਿਸ਼ਤਾਂ ਵਧੇ। ਤੇ ਆਪਣੇ ਬੱਚਿਆਂ ਦਾ ਭਵਿੱਖ ਲਈ ਸਾਨੂੰ ਐਜੂਕੇਸ਼ਨ ਦੀ ਲੋੜ ਹੈ। ਕੰਜ਼ਰਵੇਟਿਵ ਸਰਕਾਰ ਨੇ ਜਿਹੜਾ ਆ ਰਿਹਾ ਸੀਗਾ ਯੂਨੀਵਰਸਿਟੀ ਨੂੰ ਕੈਂਸਲ ਕੀਤਾ, ਬੰਦ ਕੀਤਾ ਤੇ ਸਾਨੂੰ ਨੁਕਸਾਨ ਪਿਆ। ਆਪਾਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕਾਂ ਦੀ ਸਮੱਸਿਆ ਹੈਗੇ, ਸਿਹਤ ਸੇਵਾਵਾਂ, ਐਜੂਕੇਸ਼ਨ, ਹਸਪਤਾਲ, ਆਟੋ ਇੰਸ਼ੋਰੈਂਸ, ਇਹ ਸਾਰੇ ਸਮੱਸਿਆ NDP ਹੀ ਠੀਕ ਕਰ ਸਕਦੇ। ਇਸ ਕਰਕੇ ਵੀ ਬੇਨਤੀ ਕਰਦੇ ਹਾਂ, ਜੇ ਤੁਸੀਂ ਵਾਕਈ ਇੱਕ ਬਦਲਾਅ ਲੈਣਾ ਚਾਹੁੰਦੇ ਹੋ, ਜਿਹਦੇ ਆਪਾਂ ਲੋਕਾਂ ਨੂੰ ਅੱਗੇ ਰੱਖ ਕੇ, ਮੁੱਖ ਰੱਖ ਕੇ ਕੰਮ ਕਰਦੇ ਹਾਂ, ਤੁਸੀਂ NDP ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ। ਸਰਕਾਰ ਬਣਾ ਕੇ ਆਪਾਂ ਸਾਰੇ ਇਹ ਗੱਲਾਂ ਦੇ ਹੱਲ ਕਰ ਸਕਦੇ ਹਾਂ। ਤੇ ਇੱਕ ਵਾਰੀ ਫੇਰ ਬਰੈਂਪਟਨ ਨਾਰਥ ਤੋਂ ਬੇਨਤੀ ਹੈ, ਤੁਸੀਂ ਸੰਦੀਪ ਸਿੰਘ ਨੂੰ ਵੋਟ ਪਾਓ। ਜਿੱਥੇ ਵੀ ਤੁਸੀਂ ਹੈਗੇ ਹੋ ਪੂਰੇ ਸੂਬੇ ਪਰ ਤੁਸੀਂ ਆਪਣੀ NDP ਉਮੀਦਵਾਰ ਨੂੰ ਵੋਟ ਪਾਓ, ਕਾਮਯਾਬ ਬਣਾਓ ਤੇ ਆਪਾਂ ਤੁਹਾਡੇ ਲਈ ਲੜਾਂਗੇ। ਇੰਨਾ ਕਹਿ ਕੇ ਹੁਣ ਜੇ ਤੁਹਾਡੇ ਕੋਈ ਸਵਾਲ ਹੋਵੇ, ਮੈਂ ਤੁਹਾਡੇ ਸਵਾਲ ਜਵਾਬ ਦੇਣ ਦਾ ਲਈ ਤਿਆਰ ਹਾਂ। Thank you, GP. So if you have any questions. Yeah, I have a question. Explain more about Sat Shri Akal, from Kohli from Pravasi Media. What are your plans about dental health? Okay. ਇਹ ਥੋੜ੍ਹਾ ਜਿਹਾ ਮੈਂ ਠੀਕ ਕਰਦਾ ਇਹਨੂੰ। ਹਾਂਜੀ, ਦੰਦਾਂ ਸੇਵਾਵਾਂ ਵਾਸਤੇ ਪਹਿਲਾਂ ਤਾਂ ਆਪਾਂ ਫੈਡਰਲ ਖੇਤਰ ਤੋਂ ਆਪਣੇ 25 MP ਆਪੋਜੀਸ਼ਨ ਪਾਰਟੀ ਤੌਰ ਤੇ ਆਪਾਂ ਇੱਕ ਘੱਟ ਗਿਣਤੀ ਸਰਕਾਰ ਦੇ ਵਿੱਚ ਆਪਣਾ ਜ਼ੋਰ ਵਰਤ ਕੇ ਦੰਦਾਂ ਸੇਵਾਵਾਂ ਲੈ ਕੇ ਆ ਰਹੇ ਹਾਂ। ਇਸ ਸਾਲ 12 ਸਾਲ ਤੇ ਘੱਟ ਉਮਰ ਦੇ ਬੱਚਿਆਂ ਲਈ ਪੂਰੇ ਉਹਨਾਂ ਦੀ ਦੰਦ ਸੇਵਾਵਾਂ ਮੁਫਤ ਹੋਊਗਾ। ਅਗਲੇ ਸਾਲ ਬਜ਼ੁਰਗਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਜਿਨ੍ਹਾਂ ਕੋਲ ਡਿਸੇਬਿਲਟੀ ਆ, ਫਿਰ ਗਾਂ ਸਾਰਿਆਂ ਨੂੰ ਦੰਦਾਂ ਸੇਵਾਵਾਂ, ਜਿਹਨੂੰ ਸਭ ਤੋਂ ਜ਼ਿਆਦਾ ਲੋੜ ਹੈ, ਜਿਹਨੇ ਦੀ ਕਵਰੇਜ ਹੈ ਨਹੀਂ, ਉਹਨੂੰ ਦੰਦ ਸੇਵਾਵਾਂ ਮੁਫਤ ਮਿਲਣਗੇ। ਸੂਬੇ ਵੱਲੋਂ ਐਨਜੀਓ ਹੋਰਵੈਥ ਤੇ ontario NDP ਨੇ ਕਿਹਾ ਕਿ ਆਪਾਂ ਇਸ ਪਲਾਨ ਦੇ ਉੱਤੇ ਹੋਰ ਵੀ ਕੰਮ ਕਰਾਂਗੇ ਤੇ ਹੋਰ ਜ਼ਿਆਦਾ ਲੋਕਾਂ ਦੀ ਕਵਰੇਜ ਕਰਾਵਾਂਗੇ। ਸੋ ਮੈਨੂੰ ਬਹੁਤ ਮਾਣ ਹੈ ਕਿ ਜੋ ਆਪਾਂ ਫੈਡਰਲ ਖੇਤਰ 'ਚ ਕਰ ਸਕੇ, ਸੂਬੇ ਦੇ ਵਿੱਚ ਸੂਬੇ ਦੇ NDP ਲੀਡਰ ਐਨਜੀਓ ਹੋਰਵੈਥ, ਸੰਦੀਪ ਸਿੰਘ ਤੇ ਪੂਰੀ ਟੀਮ ਉਹ ਤਿਆਰ ਨੇ ਕਿ ਇਹ ਜਿਹੜੀ ਆਪਾਂ ਦੰਦ ਸੇਵਾਵਾਂ ਲੈ ਕੇ ਆਏ ਲੋਕਾਂ ਲਈ, ਉਹਨੂੰ ਹੋਰ ਵੀ ਬਿਹਤਰ ਕਰਨ ਵਾਸਤੇ ਤਿਆਰ ਨੇ। ਸੋ ਸਾਨੂੰ ਬਹੁਤ ਮਾਣ ਹੈ ਕਿ ਇੱਕ ਪਾਰਟਨਰਸ਼ਿਪ ਮਿਲੂਗਾ ਜਿਹਦੇ ਨਾਲ ਆਪਾਂ ਇੱਕ ਇੰਨਾ ਵਧੀਆ ਸੂਬਾ ਬਣਾ ਸਕਦੇ ਜਿੱਥੇ ਸਾਰੇ ਨੂੰ, ਜੇ ਕਿਸੇ ਨੂੰ ਲੋੜ ਹੋਵੇ ਦੰਦ ਸੇਵਾਵਾਂ ਦੇ, ਉਹ ਪੂਰੇ ਸਹੂਲਤ ਹੋਊਗਾ ਉਹ ਲੋਕਾਂ ਲਈ। ਇੱਕ ਹੋਰ ਸਵਾਲ ਹੈਗਾ ਤੁਹਾਨੂੰ ਫਾਲੋ ਅਪ, ਇਹ ਇੰਸ਼ੋਰੈਂਸ ਦਾ ਤੁਸੀਂ ਕਿਵੇਂ ਸੋਚਦੇ ਹੋ ਜਿਹੜੇ ਡਿਸਕ੍ਰਿਮੀਨੇਸ਼ਨ ਹੈਗੀ ਹੈ ਪੋਸਟਲ ਕੋਡ? ਜੀ, ਸੋ ਸਿੱਧੀ ਗੱਲ ਆ ਕਿ ਜਦੋਂ ਮੈਂ ਵੀ ਸੀਗਾ ਉਦੋਂ ਲਿਬਰਲ ਸਰਕਾਰ ਸੀਗੀ, ਉਹਨਾਂ ਨੇ ਕੁਝ ਨਹੀਂ ਕੀਤਾ। ਸਗੋਂ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਸੀਗੀ ਉਹ ਸਗੋਂ ਵੱਧਦਾ ਜਾ ਰਿਹਾ ਸੀ। ਹੁਣ ਤੁਸੀਂ ਦੇਖੋ ਬਰੈਂਪਟਨ ਦੇ ਵਿੱਚ ਕੋਈ ਵੀ ਗੱਡੀ ਚਲਾਉਂਦਾ ਬੰਦਾ, ਉਹਦਾ ਰੈਕਰਡ ਵੀ ਉਹੀ, ਉਹਦਾ ਉਮਰ ਵੀ ਉਹੀ, ਉਹਦੇ ਐਕਸਪੀਰੀਅੰਸ ਵੀ, ਤਜਰਬਾ ਵੀ ਉਹੀ। ਜੇ ਉਹ ਬਰੈਂਪਟਨ ਤੋਂ ਹੋਰ ਕਿਤੇ ਸ਼ਹਿਰ ਮੂਵ ਹੁੰਦਾ, ਉਹਦਾ ਤਕਰੀਬਨ ਅੱਧਾ ਹੋ ਜਾਂਦਾ ਆਟੋ ਇੰਸ਼ੋਰੈਂਸ। ਸੋ ਇੱਥੇ ਮਤਲਬ 2 ਗੁਣਾ ਤੋਂ ਵੱਧ ਵੀ ਹੋ ਜਾਂਦਾ। ਇਹ ਗੱਲ ਗਲਤ ਆ। ਲਿਬਰਲ ਸਰਕਾਰ ਤੇ ਕੰਜ਼ਰਵੇਟਿਵ ਸਰਕਾਰ ਨੇ ਇਹ ਗੱਲ ਨੂੰ ਜਾਰੀ ਰੱਖਣ ਦੇ ਵਿੱਚ ਪੂਰਾ ਉਹਨੇ ਹਿੱਸੇ ਪਾਇਆ। ਉਹਨੇ ਇਜਾਜ਼ਤ ਦਿੱਤਾ ਇੰਸ਼ੋਰੈਂਸ ਕੰਪਨੀਜ਼ ਕੋ ਇੱਦਾਂ ਕਰ ਸਕਣ। ਆਪਾਂ ਕਹਿ ਰਹੇ ਕਿ ਆਪਾਂ ਪਾਬੰਦੀ ਲਾਵਾਂਗੇ ਕਿ ਕੋਈ ਇਹੋ ਜਿਹਾ ਡਿਸਕ੍ਰਿਮੀਨੇਸ਼ਨ ਆਪਾਂ ਹੋਣ ਨਹੀਂ ਦੇਣਾ। ਇਹਦੇ ਨਾਲ ਆਪਾਂ ਬਹੁਤ ਜ਼ਿਆਦਾ ਪੈਸੇ ਲੋਕਾਂ ਵਾਸਤੇ ਬਚਾ ਸਕਦੇ ਹਾਂ। ਘੱਟੋ ਘੱਟ $2000 ਹਰ ਪਰਿਵਾਰ ਲਈ, ਜਿਹੜਾ ਹਰ ਡਰਾਈਵਰ ਲਈ ਬਚਤ ਹੋ ਸਕਦੀ ਹੈ। ਤੇ ਆਪਾਂ ਨਾਲ ਦੇ ਨਾਲ ਇਹ ਵੀ ਕਰਨ ਨੂੰ ਤਿਆਰ ਹਾਂ, ਜੇ ਆਟੋ ਇੰਸ਼ੋਰੈਂਸ ਕੰਪਨੀਜ਼ ਤਿਆਰ ਨਹੀਂ ਹੈਗੇ ਕਿ ਰੇਟਸ ਘਟਾਉਣ ਲਈ, ਆਪਾਂ ਪਬਲਿਕ ਸਿਸਟਮ ਵੀ ਲੈ ਕੇ ਆਉਣ ਨੂੰ ਤਿਆਰ ਹੈਗੇ, ਜਿਹਦੇ ਨਾਲ ਆਪਾਂ ਬਹੁਤ ਜ਼ਿਆਦਾ ਲੋਕਾਂ ਦੀ ਆਟੋ ਇੰਸ਼ੋਰੈਂਸ ਕਿਸ਼ਤਾਂ ਘਟਾ ਸਕਦੇ ਹਾਂ। Thank you. One more follow-up. Just one second. I think Chokoji has a question, please. Okay. ਨਹੀਂ ਤੁਸੀਂ ਕਰੋ। ਤੁਸੀਂ ਕਿਹਾ ਤੁਸੀਂ ਪ੍ਰਾਈਵੇਟ ਕੁਝ ਕਰਨ ਦੀ, ਇੰਸ਼ੋਰੈਂਸ ਦੇ ਬਾਰੇ ਗੱਲ ਕਰਨੀ, ਇਹਨੂੰ ਥੋੜਾ ਇਲੈਬੋਰੇਟ ਕਰੋਗੇ ਤੁਸੀਂ? ਸੋ ਇਸ ਵਕਤ ਪ੍ਰਾਈਵੇਟ ਇੰਸ਼ੋਰੈਂਸ ਹੈ ਇਸ ਸੂਬੇ ਦੇ ਵਿੱਚ। ਜੇ ਉਹ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਜ਼ ਆਪਣੀ ਜਿਹੜੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ, ਆਪਾਂ ਪਹਿਲਾਂ ਤਾਂ ਹੁਕਮ ਕਰਾਂਗੇ। ਨਾਲ ਦੇ ਨਾਲ ਜੇ ਉਹ ਚੰਗੀ ਤਰੀਕੇ ਨਾਲ ਲੋਕਾਂ ਨਾਲ ਨਹੀਂ ਵਰਤਦੇ, ਆਪਾਂ ਪਬਲਿਕ ਆਪਸ਼ਨ ਵੀ ਲੈ ਕੇ ਆਉਣ ਨੂੰ ਤਿਆਰ ਹੈ, ਜੋ ਮੈਨੀਟੋਬਾ ਤੇ BC ਦੇ ਵਿੱਚ ਹੈਗਾ, ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸਸਤੇ ਰੇਟਸ ਮਿਲਦੇ ਨੇ।
ਤੇ ਬਹੁਤ ਹੀ ਇਨਸਾਫ ਸਿਸਟਮ ਹੈ ਕਿ ਉਹਨੂੰ ਕਵਰੇਜ ਵੀ ਸਹੀ ਮਿਲਦੀ ਹੈ। ਇੱਥੇ ਸਾਡੇ ਕਿਸ਼ਤਾਂ ਵੱਧ ਰਹੇ ਨੇ ਪਰ ਸਾਡੀ ਕਵਰੇਜ ਵੀ ਘਟ ਰਹੀ ਹੈ। ਸੋ ਘੱਟ ਕਵਰੇਜ ਵੀ ਮਿਲ ਰਹੀ ਹੈ ਪਰ ਉਹ ਤੋਂ ਜ਼ਿਆਦਾ ਪੈਸੇ ਆਪਾਂ ਦੇ ਰਹੇ ਹਾਂ। ਜੇ ਮੈਨੀਟੋਬਾ ਤੇ BC ਦੀ ਐਗਜ਼ਾਮਪਲ ਦੇਖਦੇ ਹਾਂ ਕਿ ਉਹ ਫੇਅਰ ਪ੍ਰਾਈਸਿਸ ਨੇ, ਨਾਲੇ ਸਾਨੂੰ ਕਵਰੇਜ ਵੀ ਸਹੀ ਮਿਲਦੀ ਹੈ। ਤੁਹਾਡੀ ਗਵਰਨਮੈਂਟ ਬਣਨ ਦੇ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਇਹ ਕਰ ਸਕੋਗੇ ਇੰਸ਼ੋਰੈਂਸ ਦਾ? ਇੰਸ਼ੋਰੈਂਸ ਦਾ ਆਪਾਂ ਛੇਤੀ ਪਹਿਲਾਂ ਤਾਂ ਜਿਹੜੇ ਸਰਕਾਰ ਵੱਲੋਂ ਇਜਾਜ਼ਤ ਦੇਣੀ ਪੈਂਦੀ ਹੈ ਹਰੇਕ ਇੰਸ਼ੋਰੈਂਸ ਕੰਪਨੀ ਨੂੰ। ਜਦੋਂ ਉਹ ਮੰਗਦੇ ਨੇ ਕਿ ਆਪਾਂ ਰੇਟ ਵਧਾਉਣਾ, ਆਪਾਂ ਬੰਦ ਕਰਾਂਗੇ ਕਿ ਨਹੀਂ, ਇੱਕਦਮ ਆਪਾਂ ਉਹਨੂੰ ਰੇਟਸ ਵਧਾਉਣ ਦਾ ਨਹੀਂ ਹੱਕ ਦੇਵਾਂਗੇ। ਸੋ ਉਹ ਤਾਂ ਡੇ 1 ਤੋਂ ਆਪਾਂ ਕਰ ਸਕਦੇ ਹਾਂ। ਤੇ ਆਪਾਂ ਫਿਰ ਨਾਲ ਦੇ ਨਾਲ ਜਿਹੜੇ ਕਟੌਤੀ ਤੇ ਜਿਹੜੇ ਆਟੋ ਇੰਸ਼ੋਰੈਂਸ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਪੋਸਟਕਲ ਤੌਰ ਤੇ, ਉਹ ਆਪਾਂ ਨਾਲ ਦੇ ਨਾਲ ਵੀ ਕਰਾਂਗੇ। Thank you. We can take only one more question. Last question. You have a question? ਅੱਛਾ ਜਗਮੀਤ, ਤਾਂ ਹਰੇਕ ਵਾਰੀ ਨਾ ਲਿਬਰਲ ਸਰਕਾਰ ਹੋਵੇ ਚਾਹੇ ਕਿਸੇ ਦੀ ਗਵਰਨਮੈਂਟ, ਇਹੀ ਹਰੇਕ ਵਾਰੀ ਪ੍ਰੋਬਲਮ ਹੁੰਦੀਆਂ, ਹੈਲਥ ਦੀ ਹੋ ਗਈ, ਐਜੂਕੇਸ਼ਨ ਦੀ ਹੋ ਗਈ, ਯੂਨੀਵਰਸਿਟੀ ਦੀ ਹੋ ਗਈ, ਬ੍ਰੈਂਪਟਨ ਦੇ ਵਿੱਚ ਇੰਸ਼ੋਰੈਂਸ ਦੀ ਹੋ ਗਈ, ਪਰ ਉਹ ਸਮੱਸਿਆਵਾਂ ਸਾਰੀਆਂ ਉੱਥੇ ਹੀ ਖੜੀਆਂ ਰਹੀਆਂ। ਹਰੇਕ ਵਾਰੀ ਇਹੀ ਪ੍ਰੋਬਲਮ ਹੁੰਦੀ ਹੈ ਤੇ ਇਹੀ ਜੇ ਮੰਨ ਲਓ NDP ਦੀ ਸਰਕਾਰ ਬਣਦੀ ਹੈ ਤਾਂ ਤੁਸੀਂ ਕਿਵੇਂ ਸ਼ੋਰਟੀ ਦਿਵਾਉਂਦੇ ਹੋ ਕਿ ਅਸੀਂ ਇਹ ਸਾਰੀਆਂ ਪੂਰੀਆਂ ਕਰਾਂਗੇ? ਬਿਲਕੁਲ ਸਹੀ ਸਵਾਲ ਹੈ ਕਿਉਂਕਿ ਲੋਕਾਂ ਦੀ ਵੀ ਇਹੀ ਮੰਗ ਹੈ। ਕਹਿੰਦੇ ਆਪਾਂ ਵੋਟਾਂ ਪਾਉਂਦੇ ਹਾਂ ਤੇ ਉਹੀ ਨਤੀਜਾ, ਪਰ ਚੱਕਰ ਹੈਗਾ ਕਿ ਲੋਕ ਇਕੱਲੇ ਜਿਹੜੇ ਕੰਜ਼ਰਵੇਟਿਵ ਨੂੰ ਜਾਂ ਫਿਰ ਲਿਬਰਲ ਨੂੰ ਪਿਛਲੇ 19 ਸਾਲ ਤੋਂ ਬਣਾ ਰਹੇ ਨੇ ਸਰਕਾਰ। ਸੋ 19 ਸਾਲ ਤੋਂ ਉਹੀ ਦੋ ਆਪਸ਼ਨ ਤੋਂ ਹੱਲ ਨਹੀਂ ਹੋ ਰਿਹਾ। ਸੋ ਲੌਜੀਕਲੀ ਜੇ ਆਪਾਂ ਉਹ ਉੱਥੋਂ ਸਾਨੂੰ ਹੱਲ ਨਹੀਂ ਮਿਲ ਰਿਹਾ, ਸਾਨੂੰ ਕੁਝ ਹੋਰ ਕਰਨਾ ਚਾਹੀਦਾ। ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਉਹ ਦੋ ਪੁਰਾਣੀਆਂ ਪਾਰਟੀਆਂ ਨੂੰ, ਜਿਹੜੀ ਲਿਬਰਲ ਤੇ ਕੰਜ਼ਰਵੇਟਿਵ ਨੂੰ ਵਾਰ-ਵਾਰ ਮੌਕਾ ਨਾ ਦਿਓ, ਐਤਕੀ ਤੁਸੀਂ NDP ਨੂੰ ਮੌਕਾ ਦਿਓ ਤੇ ਸਾਨੂੰ ਇੱਕ ਵਾਰੀ ਮੌਕਾ ਦਿਖਾ ਕੇ ਆਪਾਂ ਮੌਕਾ ਦੇ ਕੇ ਆਪਾਂ ਤੁਹਾਨੂੰ ਦਿਖਾ ਸਕਦੇ ਕਿ ਆਪਾਂ ਕੀ ਕੁਝ ਕਰਦੇ ਹਾਂ। ਸਾਡਾ ਸਬੂਤ ਕੀ ਆ ਕਿ ਤੁਸੀਂ ਬਾਕੀ ਸੂਬੇ 'ਚ ਦੇਖੋ, ਜਿੱਥੇ ਵੀ NDP ਸਰਕਾਰ ਰਹੀ ਉਹਨਾਂ ਨੇ ਆਟੋ ਇੰਸ਼ੋਰੈਂਸ ਦਾ ਹੱਲ ਲੱਭਿਆ। ਮੈਨੀਟੋਬਾ ਦਾ ਐਗਜ਼ਾਮਪਲ ਹੈਗਾ, BC ਦੀ ਐਗਜ਼ਾਮਪਲ, ਜਿੱਥੇ ਸਾਡੀ ਸਰਕਾਰ ਰਹੀ ਆਪਾਂ ਲੋਕਾਂ ਵਾਸਤੇ ਕੰਮ ਕੀਤਾ ਤੇ ਸਾਡੇ ਕੋਲ ਇਹ ਤਜਰਬਾ ਹੈ ਤੇ ਇਹ ਸਾਡੇ ਕੋਲ ਸਬੂਤ ਹੈ। ਤੇ ਬੇਨਤੀ ਹੈ ਤੁਸੀਂ ਉਹ ਦੋ ਪਾਰਟੀ ਨੂੰ ਆਪਾਂ ਦੇਖ ਚੁੱਕੇ 19 ਸਾਲ ਤੋਂ, ਤੇ ਉਹੀ ਸਮੱਸਿਆ ਰਹੇ ਤੇ ਹੋਰ ਵੀ ਮਾੜੇ ਹੋਏ। ਇੱਕ ਵਾਰੀ ਤੁਸੀਂ ਸਾਨੂੰ ਵੀ ਮੌਕਾ ਦੇ ਦਿਓ ਤੇ ਆਪਾਂ ਤੁਹਾਡੇ ਲਈ ਪੂਰਾ ਵਧੀਆ ਨੁਮਾਇੰਦਗੀ ਕਰਾਂਗੇ ਤੇ ਤੁਹਾਡੀ ਸਮੱਸਿਆ ਦਾ ਹੱਲ ਵੀ ਕਰਾਂਗੇ। Yeah, please tell us more about how you're going to reduce the insurance. ਕਿਵੇਂ ਇੰਸ਼ੋਰੈਂਸ ਤੁਸੀਂ ਘਟਾਓਗੇ? ਸੋ ਬਹੁਤ ਵਧੀਆ ਸਵਾਲ ਹੈ ਤੁਹਾਡਾ। ਆਟੋ ਇੰਸ਼ੋਰੈਂਸ ਅੱਜ ਦਾ ਮੁੱਦਾ ਨਹੀਂ ਆ। ਪਿਛਲੇ 15 ਸਾਲ 19 ਸਾਲ ਤੋਂ ਅਸੀਂ ਇਹ ਮੁੱਦਾ ਸੁਣਦੇ ਪਏ ਹੈਗੇ ਆ। ਹੋਰ ਵਿੱਚ 15 ਸਾਲ ਦੇ ਵਿੱਚ ਲਿਬਰਲਸ ਦੀ ਸਰਕਾਰ ਰਹੀ, 4 ਸਾਲ ਕੰਜ਼ਰਵੇਟਿਵਸ ਦੀ ਸਰਕਾਰ ਰਹੀ। ਮੈਂ ਇੰਨਾ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ 2013 ਦੀ ਇਲੈਕਸ਼ਨ ਦੌਰਾਨ ਲਿਬਰਲਸ ਨੇ ਆਟੋ ਇੰਸ਼ੋਰੈਂਸ ਨੂੰ 15% ਘਟਾਉਣ ਦੀ ਗੱਲ ਕੀਤੀ ਸੀ ਤੇ ਬਾਅਦ ਚੋਂ ਕਹਿਤਾ ਸੀ ਸਰਕਾਰ ਬਣਾਉਣ ਤੋਂ ਬਾਅਦ ਚੋਂ ਕਿ ਇਟਸ ਅ ਸਟ੍ਰੈਚਡ ਪ੍ਰੋਮਿਸ। ਅੱਜ ਵੀ ਜਦੋਂ ਮੈਂ ਦਰਵਾਜ਼ਿਆਂ ਤੇ ਜਾ ਰਿਹਾ ਹਾਂ, ਲੋਕੀ ਮੈਨੂੰ ਅਕਸਰ ਇਹ ਗੱਲ ਕਹਿੰਦੇ ਆ ਕਿ ਅਸੀਂ ਲਿਬਰਲ ਤੇ ਭਰੋਸਾ ਕਿਵੇਂ ਕਰੀਏ। ਹੋ ਸਕਦਾ ਹੈ ਕਿ ਜਿਹੜੇ ਅੱਜ ਵੀ ਵਾਅਦੇ ਹੋ ਰਹੇ ਨੇ ਉਹ ਸਿਰਫ ਸਟ੍ਰੈਚਡ ਪ੍ਰੋਮਿਸਿਸ ਹੋਣ। ਮੁੱਦਾ ਇਹ ਆ ਕਿ ਆਮ ਬੰਦਿਆਂ ਵਾਸਤੇ, ਆਮ ਲੋਕਾਂ ਵਾਸਤੇ ਕੌਣ ਕੰਮ ਕਰੂਗਾ। ਅਸੀਂ ਆਟੋ ਇੰਸ਼ੋਰੈਂਸ ਦੇ ਉੱਤੇ ਦੂਜੇ ਸੂਬਿਆਂ 'ਚ ਕੰਮ ਕੀਤਾ। ਮੈਨੀਟੋਬਾ ਦੇ ਵਿੱਚ ਸਾਡੀ ਸਰਕਾਰ ਆਈ, ਆਟੋ ਇੰਸ਼ੋਰੈਂਸ ਤੁਸੀਂ ਆਪ ਜਾਣਦੇ ਹੋ ਕਿ ਕੀ ਆ ਉੱਥੇ। BC ਦੇ ਵਿੱਚ ਸਾਡੀ ਸਰਕਾਰ ਆ, ਤੁਸੀਂ ਦੇਖ ਸਕਦੇ ਹੋ ਕਿ ਉੱਥੇ ਤੁਹਾਡੇ ਯਾਰ ਦੋਸਤ ਸੱਜਣ ਮਿੱਤਰ ਕੀ ਪੇ ਕਰਦੇ ਆ। ਮੈਨੀਟੋਬਾ ਤੇ BC ਦੇ ਵਿੱਚ ਓਨਟਾਰੀਓ ਨਾਲੋਂ 40% ਘੱਟ ਪੇ ਕੀਤਾ ਜਾ ਰਿਹਾ। ਕਿਉਂ? ਕਿਉਂਕਿ NDP ਦੀ ਨੀਅਤ ਸੀ ਕਿ ਉਹ ਆਮ ਲੋਕਾਂ ਦੀ ਜੇਬ 'ਚ ਪੈਸਾ ਪਾਉਣਾ ਚਾਹੁੰਦੀ ਸੀ। ਲਿਬਰਲਸ ਤੇ ਕੰਜ਼ਰਵੇਟਿਵਸ ਦੀ ਨੀਅਤ ਨਹੀਂ ਸੀਗੀ ਕਿ ਉਹ ਤੁਹਾਡੇ ਲਈ ਕੰਮ ਕਰਨ। ਇਸ ਲਈ ਬਹੁਤ ਜ਼ਰੂਰੀ ਆ ਕਿ 19 ਸਾਲ ਜਿਸ ਚੀਜ਼ ਲਈ ਅਸੀਂ ਉਡੀਕਦੇ ਰਹੇ ਹਾਂ, ਅੱਜ ਸੋਚਿਆ ਜਾਵੇ ਤਾਂ ਮੁੱਦੇ ਕੀ ਨੇ? ਉਹੀ ਮੁੱਦੇ ਹਰੇਕ 4 ਸਾਲ ਬਾਅਦ, ਉਹੀ ਮੁੱਦੇ ਹਰੇਕ 4 ਸਾਲ ਬਾਅਦ। ਔਰ ਅਗਰ ਕੋਈ ਪਾਰਟੀ ਤੁਹਾਡੇ ਮੁੱਦਿਆਂ ਨੂੰ ਰਿਜ਼ੋਲਵ ਨਹੀਂ ਕਰ ਪਾ ਰਹੀ ਆ, ਜਿਹੜੀ ਪਾਰਟੀ ਤੁਹਾਡੇ ਲਈ ਖੜੀ ਆ, ਜਿਹੜੀ ਪਾਰਟੀ ਤੁਹਾਡੇ ਵਿੱਚੋਂ ਨਿਕਲੀ ਆ, ਜਿਹੜੀ ਪਾਰਟੀ ਹਰ ਵੇਲੇ ਤੁਹਾਡੇ ਬਾਰੇ ਗੱਲ ਕਰਦੀ ਆ, ਭਾਵੇਂ ਉਹ ਕੋਈ ਵੀ ਮਸਲਾ ਹੋਵੇ, ਉਹਨੂੰ ਮੌਕਾ ਦਿਵੋ। ਬ੍ਰੈਂਪਟਨ ਨਾਰਥ ਦੇ ਵਿੱਚ ਹੀ ਨਹੀਂ, ਪੂਰੇ ਬ੍ਰੈਂਪਟਨ ਦੇ ਵਿੱਚ ਜਿਹੜੀ ਫਾਈਟ ਆ ਉਹ NDP ਵਰਸਸ ਕੰਜ਼ਰਵੇਟਿਵਸ ਆ। ਲਿਬਰਲਸ ਫਾਈਟ ਦੇ ਵਿੱਚ ਨਹੀਂ ਹੈਗੇ। ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ। ਐਂਡ ਜਿਹੜੇ ਡਲਡੂਕਾ ਸਾਹਿਬ ਨੇ, ਜਿਹੜੇ ਲਿਬਰਲ ਦੇ ਲੀਡਰ ਨੇ, ਉਹ ਤਾਂ ਆਪਣੀ ਸੀਟ ਹਾਰਦੇ ਪਏ ਨੇ। ਸੋ ਬਹੁਤ ਜ਼ਰੂਰੀ ਆ ਕਿ ਵੋਟ ਨੂੰ ਡਿਵਾਈਡ ਨਾ ਹੋਣ ਦੇਵੋ, ਐਤਕੀ NDP ਨੂੰ ਮੌਕਾ ਦੇਵੋ। ਤੁਹਾਡਾ ਸਵਾਲ ਬਹੁਤ ਵਧੀਆ ਆ। ਡੈਂਟਲ ਕੇਅਰ ਜਿਹੜਾ ਆ ਉਹ ਬਹੁਤ ਇੰਪੋਰਟੈਂਟ ਫੈਕਟਰ ਆ। ਤੁਸੀਂ ਦੇਖਿਆ ਕਿ ਲੋਕੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਬਹੁਤ ਹੀ ਅਲੱਗ ਜਿਹੇ ਕਿਸਮ ਦੇ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ। ਇਨਫਰਾਸਟ੍ਰਕਚਰ ਦੀ ਉਹ ਲੋੜ ਆ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਰਿਜ਼ੋਲਵ ਕਰਦਾ ਹੋਵੇ। ਉਦਾਹਰਨ ਦੇ ਤੌਰ ਦੇ ਉੱਤੇ ਜਿਵੇਂ ਡੈਂਟਲ ਕੇਅਰ, ਫਾਰਮਾ ਕੇਅਰ। ਡੈਂਟਲ ਕੇਅਰ ਦੇ ਵਿੱਚ ਇਹ ਬਹੁਤ ਜ਼ਰੂਰੀ, ਡੈਂਟਲ ਜਿਹੜਾ ਆ, ਇਹ ਜਿਹੜੇ ਦੰਦ ਨੇ ਜਾਂ ਇਹ ਸਾਡੇ ਸਰੀਰ ਦਾ ਅੰਗ ਨੇ,
ਔਰ ਅਗਰ ਇਹ ਸਰੀਰ ਦੇ ਅੰਗ ਨੇ ਤੇ ਅਗਰ ਇਸ 'ਚ ਕੋਈ ਤਕਲੀਫ ਹੋ ਰਹੀ ਆ ਤੇ ਮੈਨੂੰ ਡੈਂਟਿਸਟ ਕੋਲੇ ਜਾਣ ਲਈ ਅਗਰ ਸੋਚਣਾ ਪੈ ਰਿਹਾ ਕਿ ਮੈਨੂੰ ਕਰਜ਼ਾ ਚੱਕਣਾ ਪਊ ਜਾਂ ਮੇਰੇ ਕੋਲੇ ਪੈਸੇ ਨਹੀਂ ਹੈਗੇ ਜਾਂ ਮੈਂ ਇਲਾਜ ਨਹੀਂ ਲੈ ਸਕਦਾ, ਤੇ ਇਹ ਬਿਲਕੁਲ ਸਹੀ ਨਹੀਂ ਆ। ਅਸੀਂ ਚਾਹੁੰਦੇ ਹਾਂ ਕਿ ਹਰੇਕ ਬੰਦਾ ਜਦੋਂ ਡੈਂਟਿਸਟ ਕੋਲੇ ਜਾਵੇ ਤਾਂ ਉਹ ਆਪਣਾ ਹੈਲਥ ਕਾਰਡ ਇਸਤੇਮਾਲ ਕਰੇ, ਨਾ ਕਿ ਕ੍ਰੈਡਿਟ ਕਾਰਡ ਇਸਤੇਮਾਲ ਕਰੇ। ਮੈਂ ਤੁਹਾਨੂੰ ਉਦਾਹਰਨ ਦਿੰਦਾ ਹਾਂ, ਅਗਰ ਕਿਸੇ ਪਰਿਵਾਰ ਦੇ ਵਿੱਚ 2 ਬੱਚੇ ਨੇ, ਉਹਨਾਂ 2 ਬੱਚਿਆਂ ਨੇ ਅਗਰ ਬ੍ਰੇਸਿਸ ਲਗਵਾਉਣੇ ਆ ਤੇ ਅਗਰ ਉਹ ਬ੍ਰੇਸਿਸ ਲਗਵਾਉਣਾ ਚਾਹੁੰਦੇ ਆ, ਉਹ ਪਰਿਵਾਰ ਨੂੰ ਤਕਰੀਬਨ $13,000 ਉਹ ਸੇਵ ਕਰ ਸਕਦੇ ਨੇ। ਔਰ ਅੱਜ ਦੀ ਡੇਟ ਦੇ ਉੱਤੇ ਤਕਰੀਬਨ ਹਰੇਕ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਬ੍ਰੇਸਿਸ ਦੀ ਲੋੜ ਪੈਂਦੀ ਆ। ਮੇਰੇ ਆਪ ਦੇ ਬੱਚਿਆਂ ਨੂੰ ਬ੍ਰੇਸਿਸ ਦੀ ਲੋੜ ਆ। ਸੋ ਜਿਨ੍ਹਾਂ ਨੂੰ ਲੋੜ ਹੈਗੀ ਆ, ਉਹ ਲੋੜਾਂ ਪੂਰੀਆਂ ਹੋਣੀਆਂ ਸਰਕਾਰ ਦਾ ਫਰਜ਼ ਬਣਦਾ ਆ। ਹਾਂ, ਇਸ ਕੋਈ ਸ਼ੱਕ ਨਹੀਂ ਕਿ 19 ਸਾਲ ਸਰਕਾਰਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ। 19 ਸਾਲਾਂ ਤੋਂ ਲਿਬਰਲਸ ਤੇ ਕੰਜ਼ਰਵੇਟਿਵਸ ਨੂੰ ਜੋ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਪਰ ਹੁਣ ਵੀ ਇਹ ਤੁਹਾਡੇ ਕੋਲੇ ਮੌਕਾ ਆਇਆ ਕਿ NDP ਦੀ ਸਰਕਾਰ ਚੁਣੋ ਸੋ that ਇਹ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ। Friends, I'm here in Brampton North with Sandeep Singh. Hey friends, we need you to get out and vote. If you want a voice that's going to fight for you and your family, stand up for Brampton. Sandeep Singh's your option. So please get out to vote on June 2nd. Vote Sandeep Singh here in Brampton North, and wherever you live in Ontario, vote NDP.